ਹੈਲੋ ਸਟੂਡੈਂਟਸ, ਗੁੱਡ ਮੋਰਨਿੰਗ ਟੂ ਆਲ ਆਫ ਯੂ। ਲੈਟਸ ਲਰਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਡਿਸਕਸ ਕਰਾਂਗੇ ਚੈਪਟਰ ਨੰਬਰ 1 ਆਫਿਸ ਟੂਲ। ਠੀਕ ਹੈ, ਜਿਹਦੇ ਵਿੱਚ ਅਸੀਂ ਪੜ੍ਹਾਂਗੇ ਇੰਟਰੋਡਕਸ਼ਨਸ ਟੂ ਆਫਿਸ ਟੂਲ ਯੂਜ਼ਿੰਗ MS ਵਰਡ, MS ਐਕਸਲ, ਯੂਜ਼ਿੰਗ ਮੇਲ ਮਰਜ ਵਿਦ ਸਪਰੈਡਸ਼ੀਟ, ਪੇਜ ਲੇਆਊਟ। ਉਸ ਤੋਂ ਬਾਅਦ ਇਹ ਜੋ ਵੀ ਬਚਿਆ ਹੈ ਸਾਰੇ ਆਪਾਂ ਡਿਸਕਸ ਕਰਾਂਗੇ। ਸੋ ਸਟਾਰਟ ਕਰਦੇ ਹਾਂ ਆਪਾਂ ਪਹਿਲਾਂ ਇੰਟਰੋਡਕਸ਼ਨ ਤੋਂ। ਐਜ਼ ਵੀ all know that hardware and software work together to accomplish a task। ਕਹਿੰਦੇ ਕਿ ਸਾਨੂੰ ਪਤਾ ਆ ਕਿ ਹਾਰਡਵੇਅਰ ਜਿਹੜਾ ਆ ਅਤੇ ਇੱਕ ਸੋਫਟਵੇਅਰ ਜਿਹੜਾ ਆ ਇਹ ਦੋਨੇ ਵਰਕ ਕਰਦੇ ਆ ਟੁਗੈਦਰ, ਦੋਨੇ ਇਕੱਠੇ ਹੀ ਕੰਮ ਕਰਦੇ ਆ ਕੋਈ ਵੀ ਟਾਸਕ ਨੂੰ ਪਰਫੋਰਮ ਕਰਨ ਦੇ ਲਈ। ਦੇਖੋ ਜੇ ਹਾਰਡਵੇਅਰ ਸੋਫਟਵੇਅਰ ਦੇ ਵਿੱਚੋਂ ਇੱਕ ਵੀ ਚੀਜ਼ ਨਹੀਂ ਹੈਗੀ ਦੈਨ ਕੰਪਿਊਟਰ ਦੇ ਉੱਤੇ ਜਿਹੜਾ ਕੋਈ ਵੀ ਵਰਕ ਕਰਨਾ ਉਹ ਪੋਸੀਬਲ ਨਹੀਂ ਹੈਗਾ। ਠੀਕ ਹੈ, ਕੰਪਿਊਟਰ ਸੋਫਟਵੇਅਰ ਇਜ਼ ਕਲਾਸੀਫਾਈਡ ਇੰਟੂ ਟੂ ਬਰੋਡ ਕੈਟਾਗਰੀ। ਇਹ ਦੋ ਕੈਟਾਗਰੀ ਦੇ ਵਿੱਚ ਅੱਗੇ ਫਰਦਰ ਡਿਵਾਈਡ ਹੁੰਦੇ ਆ। ਇੱਕ ਹੁੰਦੇ ਆ ਸਿਸਟਮ ਸੋਫਟਵੇਅਰ, ਇੱਕ ਹੁੰਦੇ ਆ ਐਪਲੀਕੇਸ਼ਨ ਸੋਫਟਵੇਅਰ। ਠੀਕ ਹੈ, ਹੁਣ ਦੇਖੋ ਸਿਸਟਮ ਸੋਫਟਵੇਅਰ ਕੀ ਹੁੰਦਾ। ਸਿਸਟਮ ਸੋਫਟਵੇਅਰ ਕੰਸਿਸਟ ਆਫ ਗਰੁੱਪ ਆਫ ਪ੍ਰੋਗਰਾਮ ਦੈਟ ਕੰਟਰੋਲ ਦਾ ਆਪਰੇਸ਼ਨ ਆਫ ਅ ਕੰਪਿਊਟਰ ਇਕੁਇਪਮੈਂਟ ਇਨਕਲੂਡਿੰਗ ਫੰਕਸ਼ਨਸ ਲਾਈਕ ਮੈਨੇਜਿੰਗ memory, managing peripherals, loading, storing, and is an interface between the application programs and the computer. MS-DOS means Microsoft Disk Operating System. Unix are example of ਸਿਸਟਮ ਸੋਫਟਵੇਅਰ। ਦੇਖੋ ਸਿਸਟਮ ਸੋਫਟਵੇਅਰ ਕੀ ਆ, ਇਹਦੇ ਵਿੱਚ ਗਰੁੱਪ ਆਫ ਪ੍ਰੋਗਰਾਮ ਹੁੰਦੇ ਆ। ਜਿਸ ਤਰ੍ਹਾਂ ਅਸੀਂ ਕੰਪਿਊਟਰ ਦੇ ਉੱਪਰ ਕੋਈ ਵੀ ਜਿਹੜਾ ਵਰਕ ਕਰਦੇ ਆ ਉਹਦੇ ਵਿੱਚ ਜਿਹੜੇ ਗਰੁੱਪ ਆਫ ਪ੍ਰੋਗਰਾਮਸ ਹੁੰਦੇ ਆ ਜਿਹੜੇ ਕਿ ਕੀ ਕਰਦੇ ਆ, ਆਪਰੇਸ਼ਨ ਕੋਈ ਵੀ ਜਿਹੜਾ ਅਸੀਂ ਪਰਫੋਰਮ ਕਰਦੇ ਆ ਕੰਪਿਊਟਰ 'ਤੇ ਉਹਨੂੰ ਕੰਟਰੋਲ ਕਰਦੇ ਆ। ਠੀਕ ਹੈ, ਜਿੱਦਾਂ ਮਤਲਬ ਕੋਈ ਵੀ ਆਪਾਂ ਮੈਨੇਜ ਕਰਨੀ ਹੋਵੇ ਮੈਮਰੀ ਜਾਂ ਫਿਰ ਕੋਈ ਵੀ ਪੇਰੀਫੇਰੀਅਲ ਡਿਵਾਈਸ। ਪੇਰੀਫੇਰੀਅਲ ਡਿਵਾਈਸਿਸ ਕਿਹੜੀਆਂ ਹੁੰਦੀਆਂ, ਜਿੱਦਾਂ ਕੀਬੋਰਡ, ਮਾਊਸ ਹੋ ਗਿਆ, ਇਹ ਸਾਰੀਆਂ ਪੇਰੀਫੇਰੀਅਲ ਡਿਵਾਈਸਿਸ ਹੁੰਦੀਆਂ। ਲੋਡਿੰਗ ਹੁੰਦੀ ਆ, ਸਟੋਰ ਹੁੰਦਾ ਆ ਕੋਈ ਵੀ ਡਾਟਾ, ਔਰ ਇੰਟਰਫੇਸ ਹੁੰਦਾ ਹੈ ਜੇਕਰ ਐਪਲੀਕੇਸ਼ਨ ਪ੍ਰੋਗਰਾਮ ਦਾ ਕਿਸੇ ਹੋਰ ਕੰਪਿਊਟਰ ਦੇ ਨਾਲ ਕੋਈ ਇੰਟਰੈਕਸ਼ਨ ਹੁੰਦੀ ਹੈ ਜਿਹੜੀ ਉਹ ਸਾਰੀ ਕਿਹਦੇ ਥਰੂ ਹੁੰਦੀ ਹੈ, ਸਿਸਟਮ ਸੋਫਟਵੇਅਰ ਦੇ ਥਰੂ ਹੁੰਦੀ ਆ। ਜਿੱਦਾਂ MS-DOS ਕੀ ਆ ਐਂਡ ਯੂਨਿਕਸ ਜਿੱਦਾਂ ਹੋ ਗਈ, ਇਹ ਇਹਨਾਂ ਦੀਆਂ ਐਗਜ਼ਾਮਪਲਸ ਹੋ ਗਈਆਂ। ਠੀਕ ਹੈ, ਉਸ ਤੋਂ ਬਾਅਦ ਐਪਲੀਕੇਸ਼ਨ ਸੋਫਟਵੇਅਰ ਦੈਟ ਕੈਨ ਪਰਫੋਰਮ ਅ ਸਪੈਸੀਫਿਕ ਟਾਸਕ ਫॉर ਦ ਯੂਜ਼ਰ ਸੱਚ ਐਜ਼ ਵਰਡ ਪ੍ਰੋਸੈਸਿੰਗ, ਅਕਾਊਂਟਿੰਗ ਔਰ ਬਜਟਿੰਗ ਔਰ ਪੇਰੋਲ fall under the category of application software। ਉਸ ਤੋਂ ਬਾਅਦ ਐਪਲੀਕੇਸ਼ਨ ਸੋਫਟਵੇਅਰ ਕੀ ਹੁੰਦਾ ਹੈ, ਕੋਈ ਵੀ ਜਿਹੜਾ ਅਸੀਂ ਟਾਸਕ ਪਰਫੋਰਮ ਕਰਨਾ ਹੈ ਕੰਪਿਊਟਰ ਦੇ ਵਿੱਚ, ਉਸ ਟਾਸਕ ਨੂੰ ਪਰਫੋਰਮ ਕਰਨ ਦੇ ਲਈ ਸਾਨੂੰ ਜਿਹੜਾ ਵੀ ਐਪਲੀਕੇਸ਼ਨ ਚਾਹੀਦੀ ਹੁੰਦੀ ਆ ਉਹ ਪਹਿਲਾਂ ਇੰਸਟਾਲ ਕਰਨੀ ਪੈਂਦੀ। ਜਿੱਦਾਂ ਵਰਡ ਪ੍ਰੋਸੈਸਿੰਗ ਆ, ਉਹ ਤੁਸੀਂ ਸੋਫਟਵੇਅਰ ਇੰਸਟਾਲ ਕਰੋਗੇ ਦੈਨ ਤਾਂ ਹੀ ਉਹਦੇ 'ਤੇ ਵਰਕ ਪਰਫੋਰਮ ਕਰੋਗੇ। ਇਸੇ ਤਰ੍ਹਾਂ ਪਾਵਰ ਪੁਆਇੰਟ ਹੁੰਦਾ ਇੱਕ, ਕੋਈ ਵੀ ਮਤਲਬ ਸੋਫਟਵੇਅਰ ਉਹ ਸਾਰੇ ਕੀ ਐਪਲੀਕੇਸ਼ਨ ਸੋਫਟਵੇਅਰ ਹੁੰਦੇ ਆ। ਠੀਕ ਹੈ, ਕਲੀਅਰ। ਨੈਕਸਟ ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲ ਇੰਟਰੋਡਕਸ਼ਨ ਟੂ ਆਫਿਸ ਟੂਲ। ਆਫਿਸ ਟੂਲ ਕੀ ਆ, ਠੀਕ ਹੈ, ਦੇਖੋ ਇਹਦੇ ਵਿੱਚ ਆਫਿਸ ਟੂਲਸ ਆਰ ਸੋਫਟਵੇਅਰ ਪ੍ਰੋਗਰਾਮ ਡਿਜ਼ਾਈਨ ਟੂ ਮੇਕ ਕੰਪਿਊਟਰ ਯੂਜ਼ਰ ਮੋਰ ਪ੍ਰੋਡਕਟਿਵ ਐਂਡ ਐਫੀਸ਼ੈਂਟ ਐਟ ਦੇਅਰ ਵਰਕਪਲੇਸ। ਆਫਿਸ ਪ੍ਰੋਡਕਟਿਵਿਟੀ ਟੂਲ range from word processing to spreadsheet, presentation and database etc। ਇਹਦੇ ਵਿੱਚ ਕੀ ਕਹਿੰਦੇ ਕਿ ਆਫਿਸ ਟੂਲ ਕੀ ਆ, ਇੱਕ ਸੋਫਟਵੇਅਰ ਪ੍ਰੋਗਰਾਮਸ ਆ। ਠੀਕ ਹੈ, ਜਿਹੜੇ ਕਿ ਡਿਜ਼ਾਈਨ ਕੀਤੇ ਜਾਂਦੇ ਆ ਕੰਪਿਊਟਰ ਯੂਜ਼ਰਸ ਨੂੰ ਮੋਰ ਪ੍ਰੋਡਕਟਿਵ ਬਣਾਉਣ ਦੇ ਲਈ। ਠੀਕ ਹੈ, ਮੋਰ ਇਫੈਕਟਿਵ ਬਣਾਉਣ ਦੇ ਲਈ, ਜਿਸ ਤਰ੍ਹਾਂ ਕੋਈ ਵੀ ਅਸੀਂ ਵਰਕ ਕਰਦੇ ਹਾਂ ਉਹਨੂੰ ਵਧੀਆ ਬਣਾਉਣ ਦੇ ਲਈ ਉਹ ਸਾਰੇ ਆਫਿਸ ਟੂਲ ਹੁੰਦੇ। ਆਫਿਸ ਟੂਲ ਦੇ ਵਿੱਚ ਜਿੱਦਾਂ ਤੁਸੀਂ ਮਾਈਕਰੋਸੋਫਟ ਆਫਿਸ ਜਿਹੜਾ ਉਹ ਇੱਕ ਆਫਿਸ ਟੂਲ ਆ, ਉਹਦੇ ਵਿੱਚ ਕੀ ਆ ਜਾਂਦਾ, ਜਿੱਦਾਂ ਪ੍ਰੈਜੈਂਟੇਸ਼ਨ ਬਣਾਉਣ ਲਈ ਪਾਵਰ ਪੁਆਇੰਟ ਆ ਜਾਂਦੀ ਆ। ਠੀਕ ਹੈ, ਸਪਰੈਡਸ਼ੀਟ ਵਗੈਰਾ ਔਰ ਵਰਡ ਪ੍ਰੋਸੈਸਿੰਗ ਆ ਜਾਂਦੀ ਆ। ਠੀਕ ਹੈ, ਇਹ ਸਾਰੇ ਕੀ ਆ, ਇੱਕ ਆਫਿਸ ਟੂਲਸ ਨੇ। ਠੀਕ ਹੈ, Office productivity tool is a category of application programs that helps user। ਇਹ ਕੀ ਹੈ, ਕਿਹਦੇ ਅੰਡਰ ਆ ਜਾਂਦੇ ਆ, ਇਹ ਸਿਸਟਮ ਸੋਫਟਵੇਅਰ ਦੇ ਅੰਡਰ ਨਹੀਂ ਆਉਂਦੇ, ਇਹ ਐਪਲੀਕੇਸ਼ਨ ਐਪਲੀਕੇਸ਼ਨ ਦੇ ਅੰਡਰ ਆਉਂਦੇ ਆ। ਠੀਕ ਹੈ, ਉਹਦੇ ਅੰਡਰ ਹੀ ਇਹ ਪ੍ਰੋਗਰਾਮਸ ਆਉਂਦੇ ਆ। ਠੀਕ ਹੈ, ਦੈਟ ਹੈਲਪ ਯੂਜ਼ਰ ਪ੍ਰੋਡਿਊਸ ਥਿੰਗਸ ਸੱਚ ਐਜ਼ ਡਾਕੂਮੈਂਟਸ, ਡਾਟਾਬੇਸ, ਗ੍ਰਾਫਸ, ਵਰਕਸ਼ੀਟ ਐਂਡ ਪ੍ਰੈਜੈਂਟੇਸ਼ਨ। ਜਿਹੜੇ ਕਿ ਯੂਜ਼ਰ ਨੂੰ ਹੈਲਪ ਕਰਦੇ ਆ ਕੋਈ ਵੀ ਡਾਕੂਮੈਂਟ ਬਣਾਉਣਾ ਹੋਵੇ, ਕੋਈ ਵੀ ਡਾਟਾਬੇਸ ਜਾਂ ਕੋਈ ਗ੍ਰਾਫ ਵਗੈਰਾ ਬਣਾਉਣਾ ਹੋਵੇ, ਜਾਂ ਫਿਰ ਕੋਈ ਵਰਕਸ਼ੀਟ ਆਪਾਂ ਐਕਸਲ ਦੇ ਵਿੱਚ ਕ੍ਰੀਏਟ ਕਰਨੀ ਹੋਵੇ, ਜਾਂ ਫਿਰ ਪ੍ਰੈਜੈਂਟੇਸ਼ਨ ਬਣਾਉਣੀ ਹੋਵੇ ਪਾਵਰ ਪੁਆਇੰਟ ਦੇ ਵਿੱਚ, ਉਹਦੇ ਲਈ ਹੈਲਪਫੁਲ ਹੁੰਦੇ ਨੇ। ਮੈਨੀ ਪ੍ਰੋਡਕਟਿਵਿਟੀ ਐਪਲੀਕੇਸ਼ਨਸ ਆਰ ਇੰਟੈਂਡਡ ਫॉर ਬਿਜ਼ਨਸ ਯੂਜ਼। ਐਗਜ਼ਾਮਪਲ ਆਫ ਆਫਿਸ ਪ੍ਰੋਡਕਟਿਵਿਟੀ ਸੋਫਟਵੇਅਰ ਇਨਕਲੂਡ ਵਰਡ ਪ੍ਰੋਸੈਸਰ, ਡਾਟਾਬੇਸ ਮੈਨੇਜਮੈਂਟ ਸਿਸਟਮ, ਗ੍ਰਾਫਿਕਸ ਸੋਫਟਵੇਅਰਸ ਐਂਡ ਸਪਰੈਡਸ਼ੀਟ ਐਪਲੀਕੇਸ਼ਨ। ਫਿਰ ਉਹੀ ਗੱਲ ਆ ਗਈ ਕਿ ਇਹ ਜਿਹੜਾ ਆਫਿਸ ਟੂਲ ਆ ਇਹ ਸਾਨੂੰ ਬਿਜ਼ਨਸ ਦੇ ਵਿੱਚ ਵੀ ਹੈਲਪ ਕਰਦਾ ਹੈ। ਕੋਈ ਵੀ ਅਸੀਂ ਪ੍ਰੈਜੈਂਟੇਸ਼ਨ, ਗ੍ਰਾਫਸ ਵਗੈਰਾ ਬਣਾਉਣੇ ਹੋਣ ਉਹ ਇਹਦੇ ਥਰੂ ਅਸੀਂ ਈਜ਼ੀਲੀ ਬਣਾ ਸਕਦੇ ਹਾਂ। ਠੀਕ ਹੈ ਸਟੂਡੈਂਟਸ, ਨੈਕਸਟ ਉਸ ਤੋਂ ਬਾਅਦ ਦੇਖੋ ਨੈਕਸਟ ਹੈ ਟਾਈਪਸ ਆਫ ਆਫਿਸ ਟੂਲ। ਟਾਈਪਸ ਆਫ ਆਫਿਸ ਟੂਲ ਕਿਹੜੇ ਕਿਹੜੇ ਨੇ? ਠੀਕ ਹੈ, ਸਭ ਤੋਂ ਪਹਿਲਾਂ ਆ ਗਿਆ ਵਰਡ ਵਰਕ
सॉरी वर्ड प्रोसैसिंग टूल द मेन परपज़ ऑफ दिस टूल इज़ टू प्रोड्यूस डॉकूमेंट्स ਇਹਦਾ ਮੇਨ ਪਰਪਜ਼ ਕੀ ਹੁੰਦਾ ਆ ਡਾਕੂਮੈਂਟ ਬਣਾਉਣਾ MS ਵਰਡ ਦੇ ਵਿੱਚ ਅਸੀਂ ਬਣਾ ਸਕਦੇ ਹਾਂ ਕੋਈ ਵੀ ਡਾਕੂਮੈਂਟਸ ਕੋਈ ਵੀ ਪੈਰਾਗ੍ਰਾਫ ਵਗੈਰਾ ਲਿਖ ਸਕਦੇ ਹਾਂ ਵਰਡ ਪੈਡ ਦੇ ਵਿੱਚ ਨੋਟ ਪੈਡ ਦੇ ਵਿੱਚ ਐਂਡ ਸਮ ਅਦਰ ਟੈਕਸਟ ਐਡੀਟਰ ਆਰ ਸਮ ਆਫ ਦ ਐਗਜ਼ਾਮਪਲ ਆਫ ਦ ਵਰਡ ਪ੍ਰੋਸੈਸਿੰਗ ਟੂਲਸ ਠੀਕ ਹੈ ਜਿਹਦੇ ਵਿੱਚ ਅਸੀਂ ਮੇਨ ਪੈਰਾਗ੍ਰਾਫ ਕੋਈ ਐਪਲੀਕੇਸ਼ਨ ਕੋਈ ਐਸੇ ਵਗੈਰਾ ਕੋਈ ਵੀ ਮਤਲਬ ਡਾਕੂਮੈਂਟ ਜਿਹੜਾ ਅਸੀਂ ਕ੍ਰੀਏਟ ਕਰਨਾ ਉਹ ਵਰਡ ਪ੍ਰੋਸੈਸਿੰਗ ਦੇ ਵਿੱਚ ਕ੍ਰੀਏਟ ਕਰ ਸਕਦੇ ਹਾਂ ਨੈਕਸਟ ਉਸ ਤੋਂ ਬਾਅਦ ਡਾਟਾਬੇਸ ਸੌਫਟਵੇਅਰ ਟੂਲ ਡਾਟਾਬੇਸ ਇਜ਼ ਅ ਕਲੈਕਸ਼ਨ ਆਫ ਰਿਲੇਟਡ ਡਾਟਾ ਡਾਟਾਬੇਸ ਕੀ ਹੁੰਦਾ ਹੈ ਉਹ ਕਲੈਕਸ਼ਨ ਹੁੰਦਾ ਆ ਡਾਟਾ ਦਾ ਠੀਕ ਹੈ ਦ ਪਰਪਜ਼ ਆਫ ਦਿਸ ਟੂਲ ਇਜ਼ ਟੂ ਆਰਗੇਨਾਈਜ਼ ਐਂਡ ਮੈਨੇਜ ਡਾਟਾ ਇਹਦਾ ਮੇਨ ਪਰਪਜ਼ ਕੀ ਹੈ ਕਿ ਡਾਟਾ ਨੂੰ ਆਰਗੇਨਾਈਜ਼ ਕਿੱਦਾਂ ਕਰਨਾ ਉਹਨੂੰ ਉਹਦਾ ਮੈਨੇਜਮੈਂਟ ਉਹਦੀ ਕਿੱਦਾਂ ਕਰਨੀ ਹੈ ਦ ਐਡਵਾਂਟੇਜ ਆਫ ਦਿਸ ਟੂਲ ਇਜ਼ ਦੈਟ ਯੂ ਕੈਨ ਚੇਂਜ ਦ ਵੇ ਡਾਟਾ ਇਜ਼ ਸਟੋਰਡ ਐਂਡ ਡਿਸਪਲੇ ਇਹਦੀ ਮੇਨ ਐਡਵਾਂਟੇਜ ਕੀ ਹੈ ਇਸ ਟੂਲ ਦੀ ਕਿ ਯੂ ਕੈਨ ਚੇਂਜ ਦ ਵੇ ਅਸੀਂ ਵੇ ਜਿਹੜਾ ਆ ਉਹ ਡਾਟਾ ਨੂੰ ਸਟੋਰ ਕਰਨ ਦਾ ਜਾਂ ਡਿਸਪਲੇ ਕਰਨ ਦਾ ਉਹਨੂੰ ਅਸੀਂ ਚੇਂਜ ਕਰ ਸਕਦੇ ਹਾਂ ਠੀਕ ਹੈ MS ਅਸੈਸ DBase Foxpro Paradox and Oracle are some of the examples of the database software ਠੀਕ ਹੈ ਇਹ ਸਾਰੀਆਂ ਕੀ ਹੈ ਉਹਦੀਆਂ ਐਗਜ਼ਾਮਪਲਸ ਆ ਡਾਟਾਬੇਸ ਸੌਫਟਵੇਅਰ ਨੂੰ ਦੇਖੋ ਇਹਦੇ ਵਿੱਚ ਕੀ ਹੁੰਦਾ ਜਿੱਦਾਂ Oracle ਆ Oracle ਦੇ ਵਿੱਚ ਅਸੀਂ ਕੋਡਿੰਗ ਵਗੈਰਾ ਲਿਖਦੇ ਹਾਂ ਉਹ ਜਿਹੜੀ ਕੋਡਿੰਗ ਵਗੈਰਾ ਆ ਉਹ ਸਾਡੇ ਕੋਈ ਵੀ ਜਿਹੜਾ ਅਸੀਂ ਇੰਟਰਨੈਟ 'ਤੇ ਕੋਈ ਵੀ ਸਾਈਟ ਜਿਹੜੀ ਓਪਨ ਕਰਦੇ ਹਾਂ ਉਹ ਕੋਡਿੰਗ ਦੇ ਥਰੂ ਹੀ ਓਪਨ ਹੁੰਦੀ ਆ ਉਹ ਸਾਰੀ ਕੋਡਿੰਗ Oracle 'ਚ ਹੁੰਦੀ ਆ ਠੀਕ ਹੈ ਨੈਕਸਟ ਉਸ ਤੋਂ ਬਾਅਦ ਉਹੀ ਹੋ ਗਿਆ ਕਿ ਡਾਟਾਬੇਸ ਜਿਹੜਾ ਸੌਫਟਵੇਅਰ ਟੂਲ ਉਹ ਮੈਨੇਜ ਕਰਦਾ ਡਾਟਾ ਨੂੰ ਆਰਗੇਨਾਈਜ਼ ਕਰਦਾ ਵਧੀਆ ਢੰਗ ਨਾਲ ਨੈਕਸਟ ਉਸ ਤੋਂ ਬਾਅਦ ਆ ਗਿਆ ਸਪਰੈਡਸ਼ੀਟ ਟੂਲ ਦ ਸਪਰੈਡਸ਼ੀਟ ਟੂਲ ਇਜ਼ ਯੂਜ਼ ਟੂ ਮੇਨਟੇਨ ਬਜਟ ਇਹ ਕਿਹਦੇ ਲਈ ਯੂਜ਼ ਕੀਤਾ ਜਾਂਦਾ ਬਜਟ ਨੂੰ ਮੇਨਟੇਨ ਕਰਨ ਲਈ ਫਾਈਨੈਂਸ਼ੀਅਲ ਸਟੇਟਮੈਂਟ ਨੂੰ ਐਂਡ ਸੇਲਸ ਰਿਕਾਰਡ ਇਹ ਸਾਰੇ ਮਤਲਬ ਕਿ ਅਸੀਂ ਸਪਰੈਡਸ਼ੀਟ ਦੇ ਵਿੱਚ ਰਿਕਾਰਡ ਰੱਖ ਸਕਦੇ ਹਾਂ ਦ ਪਰਪਜ਼ ਆਫ ਦਿਸ ਟੂਲ ਇਜ਼ ਟੂ ਆਰਗੇਨਾਈਜ਼ਿੰਗ ਨੰਬਰਸ ਇਹਦਾ ਮੇਨ ਕੰਮ ਕੀ ਹੈ organized करना numbers ਨੂੰ it also allow the users to perform simple or complex calculation on the numbers MS Excel is one of the example of the spreadsheet tool ਦੇਖੋ ਸਪਰੈਡਸ਼ੀਟ ਟੂਲ ਕੀ ਆ ਇਹਦੇ ਵਿੱਚ ਅਸੀਂ ਮੇਨ ਇਹਦੇ ਵਿੱਚ ਇਹ ਕੰਮ ਹੁੰਦਾ ਕਿ ਨੰਬਰਸ ਨੂੰ ਆਰਗੇਨਾਈਜ਼ ਕਰਦਾ ਹੈ ਠੀਕ ਹੈ ਯੂਜ਼ਰਸ ਨੂੰ ਇਹ ਪਰਫਾਰਮ ਕਰਨ ਦੇ ਲਈ ਸਿੰਪਲ ਕੈਲਕੂਲੇਸ਼ਨ ਕੋਈ ਵੀ ਕੰਪਲੈਕਸ ਕੈਲਕੂਲੇਸ਼ਨ ਆ ਉਹਨੂੰ ਈਜ਼ੀ ਵੇ ਦੇ ਨਾਲ ਇਹ ਪਰਫਾਰਮ ਕਰਨ ਦੇ ਵਿੱਚ ਹੈਲਪਫੁਲ ਹੁੰਦਾ ਹੈ ਠੀਕ ਹੈ ਜਿੱਦਾਂ MS Excel ਦੇ ਵਿੱਚ ਅਸੀਂ ਕੋਈ ਵੀ ਰਿਕਾਰਡ ਰੱਖ ਸਕਦੇ ਹਾਂ ਰਿਲੇਟਡ ਟੂ ਸਟੂਡੈਂਟਸ ਠੀਕ ਹੈ ਉਹਨਾਂ ਦੀ ਫੀਸ ਦਾ ਉਹਨਾਂ ਦੇ ਮਾਰਕਸ ਦਾ ਕੋਈ ਵੀ ਅਸੀਂ ਜਿਹੜਾ ਰਿਕਾਰਡ ਆ ਉਹ ਅਸੀਂ MS Excel ਦੇ ਵਿੱਚ ਰੱਖ ਸਕਦੇ ਹਾਂ ਠੀਕ ਹੈ ਨੈਕਸਟ ਉਸ ਤੋਂ ਬਾਅਦ ਦੇਖੋ ਨੈਕਸਟ ਹੈ ਪ੍ਰੈਜੈਂਟੇਸ਼ਨ ਟੂਲ ਦਿਸ ਟੂਲ ਇਜ਼ ਯੂਜ਼ ਟੂ ਡਿਸਪਲੇ ਦ ਇਨਫੋਰਮੇਸ਼ਨ ਇਨ ਦਾ ਫਾਰਮ ਆਫ ਸਲਾਈਡ ਸ਼ੋ ਪ੍ਰੈਜੈਂਟੇਸ਼ਨ ਦੇ ਵਿੱਚ ਕੀ ਹੁੰਦਾ ਹੈ ਜਿਹੜੀ ਵੀ ਸਾਨੂੰ ਇਨਫੋਰਮੇਸ਼ਨ ਹੁੰਦੀ ਹੈ ਉਹ ਸਲਾਈਡਾਂ ਦੇ ਵਿੱਚ ਸ਼ੋ ਹੁੰਦੀ ਹੈ ਠੀਕ ਹੈ ਦ 3 ਮੇਨ ਫੰਕਸ਼ਨ ਆਫ ਦ ਪ੍ਰੈਜੈਂਟੇਸ਼ਨ ਟੂਲ ਇਜ਼ ਐਡੀਟਿੰਗ ਦਾ ਅਲਾਉ instruction and formatting of text including graphs in the text executing the slideshows the best example for this types of tools is Microsoft PowerPoint ਮੇਨ ਕੀ ਹੁੰਦਾ ਪ੍ਰੈਜੈਂਟੇਸ਼ਨ ਟੂਲ ਦੇ ਵਿੱਚ ਅਸੀਂ ਸਲਾਈਡਾਂ ਦੇ ਥਰੂ ਇਨਫੋਰਮੇਸ਼ਨ ਜਿਹੜੀ ਉਹ ਡਿਸਪਲੇ ਕਰਵਾਉਂਦੇ ਹਾਂ ਠੀਕ ਹੈ ਇਹਦੇ ਵਿੱਚ ਅਸੀਂ ਕੋਈ ਵੀ ਐਡੀਟਿੰਗ ਵਗੈਰਾ ਕਰ ਸਕਦੇ ਹਾਂ ਕੋਈ ਫਾਰਮੈਟਿੰਗ ਕਰ ਸਕਦੇ ਹਾਂ ਕੋਈ ਗ੍ਰਾਫਸ ਲਗਾਉਣਾ ਹੋਵੇ ਕੋਈ ਪਿਕਚਰਸ ਲਗਾਉਣੀ ਹੋਵੇ ਈਜ਼ੀਲੀ ਅਸੀਂ ਲਗਾ ਸਕਦੇ ਹਾਂ ਇਹਦੀ ਕਹਿੰਦੇ ਬੈਸਟ ਐਗਜ਼ਾਮਪਲ ਹੋਈ ਹੈ ਮਾਈਕਰੋਸੌਫਟ ਪਾਵਰਪੁਆਇੰਟ ਠੀਕ ਹੈ ਨੈਕਸਟ ਉਸ ਤੋਂ ਬਾਅਦ ਆ ਗਿਆ ਮਲਟੀਮੀਡੀਆ ਸੌਫਟਵੇਅਰ ਮਲਟੀਮੀਡੀਆ ਸੌਫਟਵੇਅਰ ਕੀ ਆ media players and real players are the example of multimedia tool ਕਹਿੰਦੇ media player ਜਾਂ ਫਿਰ real players ਜਿਹੜੇ ਆ ਉਹ multimedia software ਦੇ examples ਆ this tool allow the user to create audio and video ਇਹਦੇ ਥਰੂ ਅਸੀਂ ਵੀਡੀਓ ਆਡੀਓ ਜਿਹੜੀ ਆ ਉਹ ਕ੍ਰੀਏਟ ਕਰ ਸਕਦੇ ਹਾਂ ਦ ਡਿਫਰੈਂਟ ਫਾਰਮਸ ਆਫ ਮਲਟੀਮੀਡੀਆ ਟੂਲਸ ਆਰ ਆਡੀਓ ਕਨਵਰਟਰਸ ਪਲੇਅਰਸ ਵਰਨਰਸ ਵੀਡੀਓ ਐਨਕੋਡਰਸ ਐਂਡ ਡਿਕੋਡਰਸ ਇਹਦੇ ਮੇਨ ਐਗਜ਼ਾਮਪਲਸ ਇਹੀ ਆ ਆਡੀਓ ਨੂੰ ਕਨਵਰਟ ਕਰਨਾ ਠੀਕ ਹੈ ਪਲੇਅਰਸ ਵਰਨਰਸ ਹੋ ਗਿਆ ਵੀਡੀਓ ਐਨਕੋਡਰ ਔਰ ਡਿਕੋਡਰਸ ਇਹਦੀਆਂ ਸਮ ਐਗਜ਼ਾਮਪਲ ਆ ਮਲਟੀਮੀਡੀਆ ਸੌਫਟਵੇਅਰ ਦੀਆਂ ਸੋ ਇਹ ਸੀਗੀਆਂ ਟਾਈਪਸ ਆਫ ਆਫਿਸ ਟੂਲ ਦੀਆਂ ਠੀਕ ਹੈ ਇਹਨਾਂ ਨੂੰ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਨੈਕਸਟ ਉਸ ਤੋਂ ਬਾਅਦ ਦੇਖੋ ਯੂਜ਼ਿੰਗ MS Word In previous classes, we already have studied about the various features of MS Word such as creating, editing and formatting a document, inserting tables, pictures and editing them. We have also used the feature of mail merge, spell check and thrashers, etc. ਕਹਿੰਦੇ ਅਸੀਂ ਪ੍ਰੀਵੀਅਸ ਕਲਾਸਿਸ ਦੇ ਵਿੱਚ MS Word ਦੇ ਬਾਰੇ ਪੜ੍ਹ ਚੁੱਕੇ ਹਾਂ ਕਿ ਇਹਦੇ ਵਿੱਚ ਅਸੀਂ ਕ੍ਰੀਏਟਿੰਗ ਕਿੱਦਾਂ ਕਰਨੀ ਹੈ ਐਡੀਟਿੰਗ ਕਿੱਦਾਂ ਕਰਨੀ ਹੈ ਫਾਰਮੈਟਿੰਗ ਕਿੱਦਾਂ ਕਰਨੀ ਡਾਕੂਮੈਂਟ ਦੀ ਕਿੱਦਾਂ ਟੇਬਲ ਨੂੰ ਇਨਸਰਟ ਕਰਨਾ ਕਿੱਦਾਂ ਪਿਕਚਰਸ ਇਨਸਰਟ ਕਰਨੀ ਹੈ ਠੀਕ ਹੈ ਔਰ ਮੇਲ ਮਰਜ ਕਿੱਦਾਂ ਕਰਨੀ ਹੈ ਸਪੈਲ ਚੈਕਿੰਗ ਕਿੱਦਾਂ ਕਰਨੀ ਹੈ ਇਹ ਅਸੀਂ ਸਾਰਾ ਕੁਝ ਪ੍ਰੀਵੀਅਸ ਕਲਾਸਿਸ ਵਿੱਚ ਪੜ੍ਹ ਚੁੱਕੇ ਹਾਂ ਠੀਕ ਹੈ ਨੈਕਸਟ ਉਸ ਤੋਂ ਬਾਅਦ ਮਾਈਕਰੋਸੌਫਟ ਵਰਡ ਕੈਨ ਬੀ ਯੂਜ਼ਡ ਫॉर ਫੋਲੋਇੰਗ ਪਰਪਸ ਇਹ ਫੋਲੋਇੰਗ ਪਰਪਸ ਦੇ ਲਈ ਯੂਜ਼ ਕੀਤਾ ਜਾਂਦਾ ਹੈ
टू क्रिएट बिजनेस डॉकूमेंट्स हैविंग वेरियस ग्राफिक्स इंक्लूडिंग पिक्चर्स चार्ट्स एंड डायग्राम्स। ठीक है, मतलब कि कोई भी बिजनेस ਦੀ ਡਾਕੂਮੈਂਟਸ ਆ ਉਹਨੂੰ ਕ੍ਰੀਏਟ ਕਰਨਾ ਹੋਵੇ ਜਾਂ ਫਿਰ ਕੋਈ ਗ੍ਰਾਫਸ ਬਣਾਉਣਾ ਹੋਵੇ, ਮਤਲਬ ਉਹਦੇ ਨਾਲ ਹੈਵਿੰਗ ਵੇਰੀਅਸ ਗ੍ਰਾਫਸ ਇਨਕਲੂਡ ਕਰਕੇ ਪਿਕਚਰਸ ਲਗਾ ਕੇ ਚਾਰਟਸ ਲਗਾ ਕੇ ਡਾਇਗਰਾਮ ਲਗਾ ਕੇ ਅਸੀਂ ਉਹਨੂੰ ਵਧੀਆ ਬਣਾ ਸਕਦੇ ਹਾਂ। ਟੂ ਸਟੋਰ ਐਂਡ ਰੀਯੂਜ਼ ਰੈਡੀਮੇਡ ਕੰਟੈਂਟ ਐਂਡ ਫਾਰਮੈਟਡ ਐਲੀਮੈਂਟਸ ਸੱਚ ਐਜ਼ ਕਵਰ ਪੇਜਸ ਐਂਡ ਸਲਾਈਡ ਬਾਰਸ। ਅਸੀਂ ਕੀ ਕਰ ਸਕਦੇ ਹਾਂ, ਸਟੋਰ ਵੀ ਕਰਕੇ ਰੱਖ ਸਕਦੇ ਹਾਂ ਇਹਨਾਂ ਨੂੰ ਅਤੇ ਉਸ ਤੋਂ ਬਾਅਦ ਇਹਨੂੰ ਦੁਬਾਰਾ ਰੀਯੂਜ਼ ਵੀ ਕਰ ਸਕਦੇ ਹਾਂ। ਜਿੱਦਾਂ ਮਤਲਬ ਕਿ ਪਹਿਲਾਂ ਕੋਈ ਬਣਾ ਲਿਆ ਡਾਕੂਮੈਂਟਸ, ਉਹੀ ਦਾ ਉਹੀ ਸੇਮ ਰੈਡੀਮੇਡ ਜਿਹੜਾ ਕੰਟੈਂਟ ਫਾਰਮੈਟ ਉਹਨੂੰ ਕਰਕੇ ਫਿਰ ਉਸ ਨੂੰ ਦੁਬਾਰਾ ਯੂਜ਼ ਕਰ ਸਕਦੇ ਹਾਂ। ਠੀਕ ਹੈ, ਟੂ ਕ੍ਰੀਏਟ ਲੈਟਰ ਹੈਡਸ ਫॉर द ਪਰਸਨਲ ਐਂਡ ਬਿਜ਼ਨਸ ਪਰਪਸ। ਆਪਣੇ ਪਰਸਨਲ ਲੈਵਲ 'ਤੇ ਜਾਂ ਫਿਰ ਬਿਜ਼ਨਸ ਲੈਵਲ 'ਤੇ ਕੋਈ ਵੀ ਲੈਟਰ ਔਰ ਲੈਟਰ ਹੈਡ ਜਿਹੜਾ ਕ੍ਰੀਏਟ ਕਰ ਸਕਦੇ ਹਾਂ। ਠੀਕ ਹੈ, ਨੈਕਸਟ ਉਸ ਤੋਂ ਬਾਅਦ ਟੂ ਡਿਜ਼ਾਈਨ ਡਿਫਰੈਂਟ ਡਾਕੂਮੈਂਟ ਸੱਚ ਐਜ਼ ਰਿਜ਼ਿਊਮ ਔਰ ਇਨਵੀਟੇਸ਼ਨਸ ਕਾਰਡਸ ਐਕਸੈਕਟਰਾ। ਕੋਈ ਡਿਜ਼ਾਈਨਿੰਗ ਕਰਨੀ ਹੋਵੇ ਰਿਜ਼ਿਊਮ ਦੀ, ਠੀਕ ਹੈ, ਜਿਹੜਾ CV ਹੁੰਦਾ ਉਹ ਬਣਾਇਆ ਜਾਂਦਾ, ਠੀਕ ਹੈ, ਔਰ ਜਾਂ ਫਿਰ ਕੋਈ ਵੀ ਕਾਰਡ ਵਗੈਰਾ ਬਣਾਉਣਾ ਹੋਵੇ ਉਹ ਅਸੀਂ ਬਣਾ ਸਕਦੇ ਹਾਂ। ਦੈਨ ਟੂ ਕ੍ਰੀਏਟ ਅ ਰੇਂਜ ਆਫ ਦਾ ਕੋਰਸਪੋਂਡੈਂਸ ਫਰੋਮ ਦਾ ਸਿੰਪਲ ਆਫਿਸ ਮੈਮੋ ਟੂ ਲੀਗਲ ਕਾਪੀਜ਼ ਐਂਡ ਰੈਫਰੈਂਸ ਡਾਕੂਮੈਂਟਸ। ਅਸੀਂ ਕੋਈ ਵੀ ਰੈਫਰੈਂਸ ਡਾਕੂਮੈਂਟ ਬਣਾਉਣਾ ਹੋਵੇ ਜਾਂ ਕੋਈ ਮੈਮੋ ਕ੍ਰੀਏਟ ਕਰਵਾਉਣਾ ਹੋਵੇ ਉਹ ਵੀ ਇਹਦੇ ਥਰੂ ਅਸੀਂ ਕਰ ਸਕਦੇ ਹਾਂ। ਨੈਕਸਟ ਆ ਜਾਂਦਾ ਹੈ ਫਾਰਮੈਟਿੰਗ। ਫਾਰਮੈਟਿੰਗ ਇਹਦੀ ਕਿੱਦਾਂ ਕਰਦੇ ਹਾਂ, here we will learn more about Word in different manners. Before using Word tool, we must define and plan a document design. Planning a document design is vital to ensure the printed output of our document accomplishes our goal or not. Document design determine if the document orientation will be portrait, vertical or landscape horizontal. If the document will be formatted in a single or multiple columns, a landscape document will 2 columns is the most readable and popular layout for an event program. It also determines if we will use any images or clip arts. ਕਹਿੰਦੇ ਕਿ ਕੋਈ ਵੀ ਅਸੀਂ ਡਾਕੂਮੈਂਟ ਜਦੋਂ ਬਣਾਉਂਦੇ ਹਾਂ ਪਹਿਲਾਂ ਤਾਂ ਸਾਡੇ ਦਿਮਾਗ ਦੇ ਵਿੱਚ ਇਹੀ ਗੱਲ ਆਉਂਦੀ ਆ, ਇਹੀ ਆ ਸਾਡੇ ਦਿਮਾਗ ਦੇ ਵਿੱਚ ਪਲਾਨ ਆਉਂਦਾ ਹੈ ਕਿ ਅਸੀਂ ਇਹਦਾ ਡਿਜ਼ਾਈਨ ਕਿਸ ਤਰ੍ਹਾਂ ਕਰੀਏ ਜਿਹਦੇ ਨਾਲ ਇਹ ਅਟਰੈਕਟਿਵ ਵੀ ਲੱਗੇ। ਠੀਕ ਹੈ, ਔਰ ਉਸ ਤੋਂ ਬਾਅਦ ਕਿ ਅਸੀਂ ਜਿਹੜਾ ਡਾਕੂਮੈਂਟ ਡਿਜ਼ਾਈਨ ਕਰਨਾ ਆ ਉਹਦੀ ਜਿਹੜੀ ਡਾਕੂਮੈਂਟ ਦੀ ਲੈਂਡਸਕੇਪ ਲੈਣਾ ਹੈ, ਪੋਰਟਰੇਟ ਹੁੰਦਾ ਵਰਟੀਕਲ, ਮਤਲਬ ਕਿ ਵਰਟੀਕਲ ਇਸ ਤਰ੍ਹਾਂ ਹੁੰਦਾ ਹੈ, ਠੀਕ ਹੈ, ਇਸ ਤਰ੍ਹਾਂ ਵਰਟੀਕਲ ਹੁੰਦਾ, ਇਸ ਤਰ੍ਹਾਂ ਲੈਂਡਸਕੇਪ ਹੁੰਦਾ, ਠੀਕ ਹੈ, ਕਿ ਅਸੀਂ ਉਹ ਪੇਪਰ ਜਿਹੜਾ ਅਸੀਂ ਬਣਾਉਣਾ ਆ ਉਹ ਵਰਟੀਕਲ ਹੋਵੇ ਜਾਂ ਲੈਂਡਸਕੇਪ ਹੋਵੇ। ਠੀਕ ਹੈ, ਉਹਦਾ ਕਿਸ ਤਰ੍ਹਾਂ ਫਾਰਮੈਟ ਕਰੀਏ ਕਿ ਉਹ ਸਿੰਗਲ ਔਰ ਮਲਟੀਪਲ ਕਾਲਮਸ ਉਹਦੇ ਵਿੱਚ ਆਉਣ। ਠੀਕ ਹੈ, ਇਹ ਸਾਰਾ ਅਸੀਂ ਪਹਿਲਾਂ ਸੋਚਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਇਹਦੇ ਵਿੱਚ ਇਮੇਜਿਸ ਕਿਸ ਤਰ੍ਹਾਂ ਲਗਾਉਣੀਆਂ, ਅਸੀਂ ਕਲਿੱਪ ਆਰਟ ਵਗੈਰਾ ਕਿਸ ਤਰ੍ਹਾਂ ਲਗਾਉਣੀ। ਕਲਿੱਪ ਆਰਟ ਦੇ ਵਿੱਚ ਵੀ ਇਮੇਜਿਸ ਹੀ ਲੱਗ ਸਕਦੀਆਂ ਅਤੇ ਇਮੇਜਿਸ ਦੇ ਵਿੱਚ ਵੀ ਉਹੀ ਹੋ ਜਾਂਦੀ ਗੱਲ, ਇਮੇਜਿਸ ਔਰ ਕਲਿੱਪ ਆਰਟ ਸੇਮ ਹੈ। ਠੀਕ ਹੈ, ਨੈਕਸਟ ਉਸ ਤੋਂ ਬਾਅਦ ਟੈਂਪਲੇਟਸ ਇਨ ਮਾਈਕਰੋਸਾਫਟ Word 2010 allow us to apply inverted templates from a wide selection of the popular Word templates including resume, agendas, business cards and faxes. ਠੀਕ ਹੈ, ਜਿਹੜਾ ਕਹਿੰਦੇ 2010 ਆ ਸਾਨੂੰ ਅਲਾਉ ਕਰਦਾ ਆ ਅਪਲਾਈ ਕਰਨ ਦੇ ਲਈ ਵਰਡ ਟੈਂਪਲੇਟਸ। ਠੀਕ ਹੈ, ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਇਨਕਲੂਡ ਵੀ ਕਰ ਸਕਦੇ ਹਾਂ, ਜਿੱਦਾਂ ਰਿਜ਼ਿਊਮ ਬਣਾਉਣਾ ਹੋਵੇ, ਕੋਈ ਵੀ ਫੈਕਸਿਸ ਜਾਂ ਫਿਰ ਬਿਜ਼ਨਸ ਕਾਰਡ ਵਗੈਰਾ ਬਣਾਉਣਾ ਹੋਵੇ। ਠੀਕ ਹੈ, ਇਹ ਸਾਰੇ ਅਸੀਂ ਕਰ ਸਕਦੇ ਹਾਂ। ਜੇ ਇਹਨੂੰ ਕਿਸ ਤਰ੍ਹਾਂ ਕਰਨਾ ਹੈ, ਟੂ ਅਪਲਾਈ ਅ ਟੈਂਪਲੇਟ ਇਨ ਦਾ ਵਰਡ ਡੂ ਦਾ ਫੋਲੋਇੰਗ। ਕਿਸ ਤਰ੍ਹਾਂ ਅਸੀਂ ਟੈਂਪਲੇਟਸ ਜਿਹੜੇ ਆ ਵਰਡ ਦੇ ਵਿੱਚ ਅਪਲਾਈ ਕਰ ਸਕਦੇ ਹਾਂ, ਉਹਦੇ ਲਈ ਸਟੈਪ ਇਹ ਦੱਸੇ ਹੋਏ ਆ। ਔਨ ਦਾ ਫਾਈਲ ਟੈਬ ਕਲਿੱਕ ਨਿਊ, ਸਭ ਤੋਂ ਪਹਿਲਾਂ ਫਾਈਲ ਟੈਬ 'ਚ ਜਾ ਕੇ ਨਿਊ 'ਤੇ ਕਲਿੱਕ ਕਰਨਾ ਹੈ। ਫਾਈਲ ਟੈਬ ਪਤਾ ਹੈ, ਫਾਈਲ ਟੈਬ ਦੇ ਵਿੱਚ ਜਾ ਕੇ ਨਿਊ ਦੇ ਉੱਤੇ ਕਲਿੱਕ ਕਰਨਾ ਹੈ। ਠੀਕ ਹੈ, ਇਹ ਦੇਖੋ ਨਿਊ ਹੁੰਦਾ ਹੈ, ਹਾਂਜੀ ਫਰੰਟ 'ਤੇ 2010 ਦੀ ਵਿੰਡੋ ਹੈ। ਫਾਈਲ ਟੈਬ ਦੇ ਵਿੱਚ ਨਿਊ 'ਤੇ ਕਲਿੱਕ ਕਰਨਾ ਹੈ। ਅੰਡਰ ਅਵੇਲੇਬਲ ਟੈਂਪਲੇਟਸ ਸਿਲੈਕਟ ਆਫ ਦਾ ਫੋਲੋਇੰਗ, ਜਿਹੜੇ ਅੱਜ ਦਾ ਦਿੱਤੇ ਹੋਏ ਆ ਅਵੇਲੇਬਲ ਟੈਂਪਲੇਟਸ, ਇਹਦੇ ਵਿੱਚੋਂ ਜਿਹੜਾ ਤੁਸੀਂ ਲੈਣਾ ਹੈ ਉਹ ਲੈ ਸਕਦੇ ਆ। ਸਿਲੈਕਟ ਆਫ ਦਾ ਫੋਲੋਇੰਗ ਟੂ ਯੂਜ਼ ਵਨ ਆਫ ਇਨਵੁਲਰ ਟੈਂਪਲੇਟਸ ਕਲਿੱਕ ਸਿੰਪਲ ਟੈਂਪਲੇਟ, ਕਲਿੱਕ ਦਾ ਟੈਂਪਲੇਟਸ ਦੈਟ ਵੀ ਵਾਂਟ ਐਂਡ ਦੈਨ ਕਲਿੱਕ ਕ੍ਰੀਏਟ। ਜਿਹੜਾ ਵੀ ਇਹਦੇ ਵਿੱਚੋਂ ਟੈਂਪਲੇਟ ਤੁਸੀਂ ਲੈਣਾ ਚਾਹੁੰਦੇ ਆ, ਠੀਕ ਹੈ, ਸਿੰਪਲ ਲੈਣਾ ਚਾਹੁੰਦੇ ਜਿਸ ਤਰ੍ਹਾਂ ਦਾ ਵੀ, ਉਹ ਤੁਸੀਂ ਸਿਲੈਕਟ ਕਰੋ, ਜਾਂ ਫਿਰ ਬਲੈਂਕ ਲੈਣਾ ਚਾਹੁੰਦੇ ਜਾਂ ਕੋਈ ਹੋਰ, ਉਹਨੂੰ ਸਿਲੈਕਟ ਕਰੋ ਔਰ ਉਸ ਤੋਂ ਬਾਅਦ ਕ੍ਰੀਏਟ 'ਤੇ ਕਲਿੱਕ ਕਰ ਦੇਣਾ। ਇੱਥੇ ਕ੍ਰੀਏਟ ਦਾ ਬਟਨ ਹੁੰਦਾ, ਕ੍ਰੀਏਟ 'ਤੇ ਕਲਿੱਕ ਕਰ ਦੇਣਾ, ਟੈਂਪਲੇਟਸ ਜਿਹੜਾ ਕ੍ਰੀਏਟ ਹੋ ਜਾਣਾ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਟੂ ਰੀਯੂਜ਼ ਅ ਟੈਂਪਲੇਟ that we have recently used, click recent templates, click the template that we want
ਐਂਡ ਦੈਨ ਕਲਿੱਕ ਕ੍ਰੀਏਟ। ਕਹਿੰਦੇ ਜੇ ਤੁਸੀਂ ਪਹਿਲਾਂ ਤੋਂ ਕੋਈ ਰੀਸੈਂਟਲੀ ਪਹਿਲਾਂ ਕੋਈ ਟੈਂਪਲੇਟ ਯੂਜ਼ ਕੀਤਾ ਹੋਇਆ, ਤੁਸੀਂ ਦੁਬਾਰਾ ਉਹਨੂੰ ਹੀ ਯੂਜ਼ ਕਰਨਾ ਚਾਹੁੰਦੇ, ਤੁਸੀਂ ਉਹ ਵੀ ਸਿਲੈਕਟ ਕਰਕੇ ਉਹਨੂੰ ਵੀ ਮਤਲਬ ਕਿ ਲਗਾ ਸਕਦੇ ਆ। ਉਹਨੂੰ ਸਿਲੈਕਟ ਕਰੋ ਅਤੇ ਉੱਤੇ ਕ੍ਰੀਏਟ 'ਤੇ ਕਲਿੱਕ ਕਰੋ, ਦੈਨ ਉਹ ਕ੍ਰੀਏਟ ਹੋ ਜਾਊਗਾ। ਟੂ ਫਾਈਂਡ ਅ ਟੈਂਪਲੇਟ ਔਨ ਦਾ office.com, ਜੇ ਤੁਸੀਂ ਟੈਂਪਲੇਟ ਜਿਹੜੇ office.com ਤੋਂ ਫਾਈਂਡ ਕਰਨਾ ਚਾਹੁੰਦੇ ਹੋ, ਅੰਡਰ office.com ਟੈਂਪਲੇਟਸ ਕਲਿੱਕ ਦਾ ਟੈਂਪਲੇਟ ਕੈਟਾਗਰੀ, ਤੁਸੀਂ ਟੈਂਪਲੇਟ ਕੈਟਾਗਰੀ 'ਤੇ ਕਲਿੱਕ ਕਰੋਗੇ। ਦੈਨ ਵੀ ਵਾਂਟ ਕਲਿੱਕ ਦਾ ਟੈਂਪਲੇਟਸ ਦੈਟ ਵੀ ਵਾਂਟ, ਜਿਹੜਾ ਤੁਸੀਂ ਚਾਹੁੰਦੇ ਆ ਟੈਂਪਲੇਟ ਲਗਾਉਣਾ ਉਹ ਤੁਸੀਂ ਸਿਲੈਕਟ ਕਰਕੇ ਉਹਨੂੰ ਡਾਊਨਲੋਡ ਕਰ ਲਓ। ਠੀਕ ਹੈ, ਡਾਊਨਲੋਡ ਕਰਨ ਤੋਂ ਬਾਅਦ ਕਲਿੱਕ ਡਾਊਨਲੋਡ ਟੂ ਡਾਊਨਲੋਡ ਦਾ ਟੈਂਪਲੇਟ ਫਰੋਮ ਦਾ office dot ਟੂ ਅਵਰ ਕੰਪਿਊਟਰ ਦੇ ਵਿੱਚ ਡਾਊਨਲੋਡ ਕਰ ਲਓ। ਠੀਕ ਹੈ, once we have selected our templates we can modify it in any way to create the document we want। ਠੀਕ ਹੈ, ਜਦੋਂ ਤੁਸੀਂ ਇੱਕ ਟੈਂਪਲੇਟ ਜਿਹੜਾ ਸਿਲੈਕਟ ਕਰ ਲਿਆ, ਜਿਹੜਾ ਵੀ ਤੁਸੀਂ ਲੈਣਾ ਚਾਹੁੰਦੇ ਆ, ਠੀਕ ਹੈ, ਉਹਨੂੰ ਅਸੀਂ ਮੋਡੀਫਾਈ ਵੀ ਕਰ ਸਕਦੇ ਹਾਂ। ਠੀਕ ਹੈ, ਇਨ ਐਨੀ ਵੇ, ਕਿਸੇ ਵੀ ਵੇ ਦੇ ਵਿੱਚ। ਠੀਕ ਹੈ, ਟੂ ਕ੍ਰੀਏਟ ਦਾ ਡਾਕੂਮੈਂਟ, ਜਿੱਦਾਂ ਦਾ ਅਸੀਂ ਡਾਕੂਮੈਂਟ ਚਾਹੁੰਦੇ ਹਾਂ। ਮਾਈਕਰੋਸਾਫਟ ਵਰਡ 2010 allow us to create and edit personal and business documents। ਜਿਹੜਾ ਮਾਈਕਰੋਸਾਫਟ ਵਰਡ 2010 ਆ, ਉਹ ਸਾਨੂੰ ਅਲਾਉ ਵੀ ਕਰਦਾ ਕਿ ਅਸੀਂ ਕੋਈ ਵੀ ਜਿਹੜਾ ਟੈਂਪਲੇਟ ਜਾਂ ਕੋਈ ਡਾਕੂਮੈਂਟ ਬਣਾਇਆ ਉਹਨੂੰ ਅਸੀਂ ਕ੍ਰੀਏਟ ਵੀ ਕਰ ਸਕਦੇ ਹਾਂ, ਉਹਨੂੰ ਐਡਿਟ ਵੀ ਕਰ ਸਕਦੇ ਹਾਂ ਆਪਣੇ ਪਰਸਨਲ ਔਰ ਬਿਜ਼ਨਸ ਲੈਵਲ 'ਤੇ। ਠੀਕ ਹੈ, ਜਿੱਦਾਂ ਲੈਟਰ ਹੋ ਗਿਆ, ਰਿਪੋਰਟ ਹੋ ਗਈ, ਇਨਵਾਇਸਿਸ ਹੋ ਗਿਆ, ਈਮੇਲ, ਬੁੱਕਸ ਹੋ ਗਈਆਂ। ਠੀਕ ਹੈ, ਬਾਈ ਡਿਫਾਲਟ ਡਾਕੂਮੈਂਟ ਸੇਵ ਇਨ ਦਾ ਵਰਲਡ 2010 ਆਰ ਸੇਵ ਵਿਦ ਦਾ .docx ਐਕਸਟੈਂਸ਼ਨ। ਕਹਿੰਦੇ ਜਦੋਂ ਤੁਸੀਂ ਕੋਈ ਵੀ ਵਰਡ ਦੇ ਵਿੱਚ ਡਾਕੂਮੈਂਟ ਬਣਾ ਲਿਆ, ਉਹਨੂੰ ਅਸੀਂ ਸੇਵ ਕਰਦੇ ਹਾਂ ਇਹਦੇ ਨਾਲ .docx ਐਕਸਟੈਂਸ਼ਨ ਦੇ ਨਾਲ। ਹੇਅਰ ਸਮ ਆਫ ਦਾ ਕੁਇਕ ਟਿਪਸ, ਡਿਸਾਈਡ ਵਟ ਵੀ ਵਾਂਟ ਟੂ ਅਕੰਪਲਿਸ਼ ਵਿਦ ਆਵਰ ਡਾਕੂਮੈਂਟ, ਆਈਡੈਂਟੀਫਾਈ ਯੂਅਰ ਨੇਮ, ਆਈਡੈਂਟੀਫਾਈ ਦਾ ਲੇਆਊਟ ਐਂਡ ਡਿਜ਼ਾਈਨ, ਫਾਈਲ ਫਾਰਮੈਟ ਐਂਡ ਸਟੋਰ ਲੋਕੇਸ਼ਨ। ਜਿੱਦਾਂ ਮਤਲਬ ਕਹਿੰਦੇ ਕਿ ਤੁਸੀਂ ਆਪਣੇ ਪਹਿਲਾਂ ਦਿਮਾਗ ਦੇ ਵਿੱਚ ਸੋਚ ਲਿਆ, ਡਿਸਾਈਡ ਕਰ ਲਿਆ ਕਿ ਅਸੀਂ ਆਹ ਡਾਕੂਮੈਂਟ ਬਣਾਉਣਾ ਹੈ, ਉਸ ਤੋਂ ਬਾਅਦ ਉਹਨੂੰ ਆਈਡੈਂਟੀਫਾਈ ਕਰਨ ਤੋਂ ਬਾਅਦ ਉਹਦਾ ਆਈਡੈਂਟੀਫਾਈ ਅਵਰ ਯੂਜ਼ਰਸ। ਠੀਕ ਹੈ, ਉਸ ਤੋਂ ਬਾਅਦ ਉਹਦੀ ਲੇਆਊਟ, ਉਹਦਾ ਡਿਜ਼ਾਈਨ ਸੈੱਟ ਕਰ ਲਿਆ ਅਤੇ ਉਹਦੀ ਫੋਰਮੈਟਿੰਗ ਵਗੈਰਾ ਕਰ ਲਈ ਅਤੇ ਉਹਨੂੰ ਸਟੋਰ ਕਰ ਦਿੱਤਾ ਲੋਕੇਸ਼ਨ 'ਤੇ। ਠੀਕ ਹੈ, ਨੈਕਸਟ ਅਸੀਂ ਬਾਕੀ ਜਿਹੜਾ ਆ ਉਹ ਅਸੀਂ ਕੱਲ੍ਹ ਡਿਸਕਸ ਕਰਾਂਗੇ। ਤੁਸੀਂ ਇੰਨਾ ਰੀਡ ਕਰ ਲੈਣਾ ਚੈਪਟਰ। ਕੋਈ ਪ੍ਰੋਬਲਮ ਆਉਂਦੀ ਹੈ ਦੈਨ ਤੁਸੀਂ ਮੈਨੂੰ ਦੱਸਣਾ ਹੈ ਕਿ ਸਾਨੂੰ ਸਮਝ ਨਹੀਂ ਲੱਗੀ ਜਾਂ ਫਿਰ ਕੋਈ ਹੋਰ ਪ੍ਰੋਬਲਮ ਆ। ਠੀਕ ਹੈ, ਓਕੇ, ਥੈਂਕ ਯੂ, ਹੈਵ ਅ ਨਾਈਸ ਡੇ।